ਇਹ ਦੱਸਣਾ ਚਾਹੁੰਦੇ ਅਸੀਂ ਕੇਂਦਰ ਸਰਕਾਰ ਨੂੰ, RSS ਨੂੰ, ਕੰਨ ਖੋਲ ਕੇ ਸੁਣ ਲਓ। ਇੱਥੇ ਫਰੈਕਚਰ ਬਾਦਸ਼ਾਹ ਦੇ ਵਕਤ ਦੀ ਗੱਲ ਹੈ। ਸਿੱਖਾਂ ਦਾ ਇੱਕ ਬੱਚਾ ਵੀ ਰੋਟੀ ਹੱਥ ਵਿੱਚ ਫੜ ਕੇ ਤੇ ਫਿਰ ਘੁਮਾ ਕੇ ਆਂਦਾ, ਬਾਪੂ ਮੈਂ ਤਾਂ ਬੱਚਾ ਹਾਂ, ਮੈਂ ਤੇ ਕੁਝ ਸਵਾਰ ਨਹੀਂ ਸਕਦਾ, ਰੋਟੀ ਤੂੰ ਖਾ ਲਾ, ਤੇਰੇ ਕੋਲ ਬਹੁਤ ਵੱਡੀ ਸਿੱਖਿਆ ਹੈ, ਤੂੰ ਸੰਸਾਰ ਨੂੰ ਬੜਾ ਕੁਝ ਸਿਖਾ ਸਕਦਾ। ਉਹਨੇ ਰੋਟੀ ਫਿਰ ਬਜ਼ੁਰਗ ਨੂੰ ਫੜਾਤੀ। ਇੱਕ ਸਿੱਖ ਪਰਿਵਾਰ ਦਾ ਬੱਚਾ ਵੀ ਜੇਲ੍ਹ 'ਚ ਏਡਾ ਕਿਰਦਾਰ ਨਿਭਾ ਸਕਦਾ, ਉਹ ਤੁਸੀਂ ਸਾਹਿਬਜ਼ਾਦੇ ਨੂੰ ਬਾਲ ਦਿਵਸ ਦੇ ਨਾਲ ਜੋੜ ਦਿੱਤਾ। 4 ਦਿਨ ਪਹਿਲਾਂ ਉਹ ਬੋਲੋ ਭਾਈ ਤੇ ਵੱਡੀਆਂ ਵੱਡੀਆਂ ਸੰਪਰਦਾਵਾਂ ਦੇ ਮੁਖੀਆਂ ਦਾ ਬਿਆਨ ਆਇਆ, ਅਸੀਂ PM ਨੂੰ ਵਧਾਈ ਦਿੰਦੇ ਹਾਂ। ਕੀ ਨਾਂ ਰੱਖਿਆ? ਵੀਰ ਬਾਲ ਦਿਵਸ। ਹਰ 26 ਦਸੰਬਰ ਨੂੰ ਕੇਂਦਰ ਸਰਕਾਰ ਮਨਾਇਆ ਕਰੇਗੀ ਵੀਰ ਬਾਲ ਦਿਵਸ। ਤੇ ਸਿੱਖ ਤਾੜੀਆਂ ਵਜਾ ਰਿਹਾ। ਕਿਉਂ ਜੀ? ਸਾਹਿਬਜ਼ਾਦੇ ਬਾਲਕ ਸੀ। ਬੋਲ ਕੇ ਦੱਸੋ। ਉਹ 7 ਸਾਲ ਦੇ ਬਾਬਾ ਫਤਿਹ ਸਿੰਘ ਇੱਥੇ 70 ਸਾਲ ਦੇ ਨੂੰ ਲਾਹਣਤਾਂ ਪਾ ਕੇ ਗੁਰਦੁਆਰੇ ਲਿਆਉਣਾ ਪੈ ਰਿਹਾ। ਉਹ ਨਾ ਲੀਡਰੀਆਂ ਦੇ ਪੈਰਾਂ ਤੇ ਜਾ ਕੇ ਡਿੱਗੋ, ਨਾ ਕਬਰਾਂ ਤੇ ਦੀਵੇ ਜਗਾਓ। ਤੇ 7 ਸਾਲ ਦਾ ਬਾਬਾ ਫਤਿਹ ਸਿੰਘ ਸੂਬੇ ਸਰਹੰਦ ਦੀਆਂ ਅੱਖਾਂ ਚੱਖਾਂ ਪਾ ਕੇ ਗੱਲਾਂ ਕਰ ਰਿਹਾ, ਤੇ ਉਹਨੂੰ ਤੁਸੀਂ ਬਾਲਕ ਕਹੋਗੇ? ਤੇ ਕੀ ਕਿਹਾ? ਇਹ ਰਾਸ਼ਟਰਵਾਦ ਦੀ ਸੇਵਾ ਕਰਦੇ ਉਹਨਾਂ ਨੇ ਸ਼ਹਾਦਤ ਦਾ ਜਾਮ ਦਿੱਤਾ ਹੈ। ਕਾਹਦੇ ਲਈ? ਬੋਲ ਕੇ ਦੱਸਿਓ ਜੀ। ਖਾਲੀ ਥਾਂ ਭਰੋ, ਤੁਹਾਡੇ ਵੱਲ ਕੈਮਰਾ ਹੈ ਨਹੀਂ। ਡਰ ਆਉਂਦਾ ਨਾ ਬੰਦੇ ਨੂੰ, ਹਾਏ ਕਿਤੇ ਮੈਨੂੰ ਕੁਝ ਹੋ ਨਾ ਜਾਵੇ। ਕੱਖ ਨਹੀਂ ਹੁੰਦਾ, ਅਸੀਂ ਗੁਰੂ ਦੇ ਪੁੱਤਰ ਵਾਂ, ਸਾਡਾ ਫਰਜ਼ ਬਣਦਾ। ਦੁਨੀਆ ਨੇ ਲੋਹਾ ਵੇਚ ਲਿਆ, ਸੋਨੇ ਦੀ ਝਾੜ ਫੇਰ ਫੇਰ ਕੇ ਸਾਡੇ ਕੋਲ ਸੋਨਾ ਵੀ ਦੁਨੀਆ ਅੱਗੇ ਰੱਖਣਾ ਨਹੀਂ ਆਇਆ। ਮਰ ਗਈ ਅਣਖ ਗੈਰ ਸੱਚ ਜਾਣਿਓ। ਇਹ ਮੈਂ ਗੁਰੂ ਦੀ ਹਜ਼ੂਰੀ 'ਚ ਇਹ ਗੱਲ ਕਹੀ ਨਾ। ਹਰ ਸਿੱਖ ਦੀ ਜ਼ੁਬਾਨ 'ਚੋਂ ਸ਼ਬਦ ਨਿਕਲਣਾ ਚਾਹੀਦਾ ਸੀ। ਜੈਤੋਂ ਦਾ ਮੋਰਚਾ ਲੱਗਾ, ਅੰਗਰੇਜ਼ ਕੁੱਟਦਾ ਸਿੱਖ ਨੂੰ, ਕਹਿੰਦਾ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ, ਮਾਤਾ ਦਾ ਨਾਮ ਸਾਹਿਬ ਕੌਰ, ਵਾਸੀ ਅਨੰਦਪੁਰ ਸਾਹਿਬ। ਉਹਨੇ ਦੂਜੇ ਨੂੰ ਹੱਥ ਪਾਇਆ, ਕਹਿੰਦਾ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ, ਮਾਤਾ ਦਾ ਨਾਮ ਸਾਹਿਬ ਕੌਰ, ਵਾਸੀ ਅਨੰਦਪੁਰ ਸਾਹਿਬ। ਉਹਨੇ ਆਪਣੇ ਹੈੱਡਕੁਆਰਟਰ ਰਿਪੋਰਟ ਭੇਜੀ, ਕਹਿੰਦਾ ਸਾਹਿਬ ਇਹਨਾਂ ਦਾ ਟੱਬਰ ਬੜਾ ਵੱਡਾ, ਇੱਕ ਹੀ ਪਿਓ ਦੇ ਪੁੱਤ ਨੇ। ਇੱਥੇ ਪੁੱਛ ਕੇ ਵੇਖੋ ਸਾਡੇ ਸਮਾਜ ਵਿੱਚ ਕਿਸੇ ਨੂੰ ਪਿਤਾ ਦਾ ਨਾਂ, ਕਿਸੇ ਨੇ ਕਿਸੇ ਹੋਰ ਬਾਬੇ ਦਾ ਨਾਂ, ਕਿਸੇ ਨੇ ਕਿਸੇ ਹੋਰ ਬਾਬੇ ਦਾ ਨਾਂ, ਕਿਸੇ ਨੇ ਕੋਈ ਹੋਰ ਬਾਬੇ ਦਾ ਨਾਂ, ਕਿਸੇ ਨੇ ਕਿਸੇ ਹੋਰ ਬਾਬੇ ਦਾ ਨਾਂ। ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤਾਂ ਉਹ ਬੋਲੋ ਭਾਈ ਲੱਭ ਹੀ ਨਹੀਂ ਰਹੇ। ਇਹ ਕੱਲ ਦੀਆਂ ਗੱਲਾਂ ਨੇ। ਸਾਲ 'ਚ 3 ਦਿਨ ਚੇਤਾ ਕਰ ਲਿਆ। 20 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਸਾਹਿਬਜ਼ਾਦੇ ਨੂੰ ਚੇਤਾ ਕਰ ਲਿਆ। ਗੱਲ ਨਿਬੜ ਗਈ, ਬਸ ਖਤਮ। ਉਹਨਾਂ ਨੇ ਸਾਨੂੰ ਚੜਾਇਆ ਹੈ। ਇਹ ਸ਼ਬਦ ਕਹਿ ਕੇ ਦੱਸਣਾ ਚਾਹੁੰਦੇ ਹਾਂ। ਸਟੇਟਮੈਂਟ ਮੈਂ ਅੱਜ ਦਿਨੇ ਵੀ ਦੀਵਾਨ 'ਚ ਦੇ ਕੇ ਆਇਆ ਵੀ ਕੇਂਦਰ ਸਰਕਾਰ ਕੰਨ ਖੋਲ ਕੇ ਸੁਣ ਲੈ। ਤੁਹਾਡੇ ਲਈ ਬਾਲ ਹੋ ਸਕਦੇ ਨੇ, ਸਾਡੇ ਲਈ ਉਹ ਬਾਬੇ ਨੇ। ਤੇ ਰਾਸ਼ਟਰਵਾਦ ਦੀ ਰੱਖਿਆ ਲਈ ਸਾਹਿਬਜ਼ਾਦਿਆਂ ਨੇ ਸ਼ਹਾਦਤ ਦੇ ਜਾਮ ਨਹੀਂ ਦਿੱਤੇ। ਇੱਥੇ ਹੋਰ ਹੈ ਜ਼ੁਲਮ ਦੇ ਵਿਰੁੱਧ ਜੰਗ ਲੜੀ ਹੈ ਸਾਹਿਬਜ਼ਾਦਿਆਂ ਨੇ। ਸਾਹਿਬਜ਼ਾਦਿਆਂ ਨੂੰ ਤੁਸੀਂ ਇੱਕ ਫਿਰਕੇ ਨਾਲ ਜੋੜ ਕੇ ਨਾ ਵੇਖੋ। ਗੁਰੂ ਗੋਬਿੰਦ ਸਿੰਘ ਦੀਆਂ ਜੰਗਾਂ ਕਿਸੇ ਇੱਕ ਫਿਰਕੇ ਦੀ ਰੱਖਿਆ ਲਈ ਨਹੀਂ ਹੋਈਆਂ। ਅੱਛਾ, ਜੇ ਇੱਕ ਮੱਤ ਦੀ ਰੱਖਿਆ ਲਈ ਹੋਈਆਂ ਤੇ ਮੁਸਲਮਾਨਾਂ ਦੇ ਉਲਟ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ। ਬੋਲ ਕੇ ਦੱਸਿਓ ਜੀ। ਉਹ ਬੋਲੋ ਭਾਈ। ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਫਿਰਕੇ ਦੇ ਹੱਕ ਵਿੱਚ ਵਾ। ਤੇ ਮੁਸਲਮਾਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਗਨੀ ਖਾਂ ਨਬੀ ਖਾਂ ਕੌਣ ਸੀ? ਮੁਸਲਮਾਨ। ਕੀ ਕਿਰਦਾਰ ਸੀ ਉਹਨਾਂ ਦਾ? ਉੱਚ ਦਾ ਪੀਰ ਬਣਾ ਕੇ ਕੱਢਿਆ ਸੀ। ਨਿਹੰਗ ਖਾਂ ਦਾ ਕੀ ਰੋਲ ਸੀ? ਆਪਣੀ ਕੁਵਾਰੀ ਧੀ। ਕੋਈ ਬਾਪ ਜਗੜਾ ਕਰਕੇ ਵੇਖੇ, ਐਸ ਕਿਰਦਾਰ ਦਾ ਕਿਰਦਾਰ ਲੱਭਣਾ ਔਖਾ ਹੈ। ਕੋਟਲੇ ਦਾ ਰਹਿਣ ਵਾਲਾ ਨਿਹੰਗ ਖਾਂ, ਉਹਦੀ ਕੁਵਾਰੀ ਧੀ ਮੁਮਤਾਜ਼ ਜਦੋਂ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਬਾਬਾ ਅਜੀਤ ਸਿੰਘ ਉਹਦੇ ਘਰ ਲੈ ਕੇ ਆਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਹੰਗ ਖਾਂ ਦੀ ਇਹ ਸੇਵਾ ਲਾਈ ਸੀ। ਨਿਹੰਗ ਖਾਂ, ਭਾਈ ਬਚਿੱਤਰ ਸਿੰਘ ਦੀ ਸੇਵਾ ਸੰਭਾਲ ਤੁਸੀਂ ਕਰੋ। ਆਪ ਅੱਗੇ ਚਲੇ ਗਏ। ਨਿਹੰਗ ਖਾਂ ਬਚਿੱਤਰ ਸਿੰਘ ਜ਼ਿਆਦਾ ਜ਼ਖਮੀ ਹਾਲਤ ਵਿੱਚ ਸੀ। ਸਰਸਾ ਨਦੀ ਦੇ ਕੰਢੇ ਜਿਹੜੀ ਜੰਗ ਹੋਈ, ਭਾਈ ਮਨੀ ਸਿੰਘ ਦਾ ਸਾਹਿਬਜ਼ਾਦਾ ਸੀ ਭਾਈ ਬਚਿੱਤਰ ਸਿੰਘ। ਜ਼ਖਮ ਜ਼ਿਆਦੇ ਸਨ। ਜਦੋਂ
ਪਿੱਛੋਂ ਹਮਲਾਵਰਾਂ ਨੂੰ ਪਤਾ ਲੱਗਾ, ਉਹਨਾਂ ਨੇ ਪੂਰੇ ਕੋਟਲੇ ਦੀ ਆਣ ਕੇ ਤਲਾਸ਼ੀ ਲੈਣੀ ਸ਼ੁਰੂ ਕੀਤੀ। ਨਿਹੰਗ ਖਾਨ ਦੇ ਘਰ ਦੀ ਵੀ ਤਲਾਸ਼ੀ ਲੈਣ ਲੱਗੇ। ਇੱਕ ਕਮਰੇ ਦਾ ਦਰਵਾਜ਼ਾ ਬੰਦ ਸੀ। ਸਿਪਾਹੀ ਪੁੱਛਦੇ, ਜੀ ਇਸ ਕਮਰੇ 'ਚ ਕੌਣ ਹੈ? ਨਿਹੰਗ ਖਾਨ ਦਾ ਕਿਰਦਾਰ ਵੇਖੋ, ਕਹਿੰਦਾ ਮੇਰੀ ਧੀ ਤੇ ਮੇਰਾ ਜਵਾਈ ਹੈ ਜੀ ਇਸ ਕਮਰੇ 'ਚ। ਕੁਆਰੀ ਧੀ ਹੈ ਨਿਹੰਗ ਖਾਨ ਦੀ। ਇਹ ਸ਼ਬਦ ਆਪਣੇ ਆਪ ਨੂੰ ਧੀਆਂ ਵਾਲੇ ਬੈਠੇ ਜੇ, ਸੋਚ ਕੇ ਵੇਖੋ ਇੱਕ ਵਾਰ। ਕੁਆਰੀ ਧੀ ਬਾਰੇ ਸ਼ਬਦ ਬੋਲਣੇ। ਤੇ ਬਚਿੱਤਰ ਸਿੰਘ ਜ਼ਖਮੀ ਹਾਲ ਸੀ, ਉਹ ਸੇਵਾ ਸੰਭਾਲ ਕਰ ਰਹੇ ਸਨ। ਉਹਦੀ ਪਤਾ ਵੀ ਸੀ ਨਿਹੰਗ ਖਾਨ ਨੂੰ ਕਿ ਬਚਿੱਤਰ ਸਿੰਘ ਦੇ ਕੋਲ ਜ਼ਿਆਦਾ ਸਵਾਸ ਨਹੀਂ ਹੈਗੇ, ਹੁਣ ਇਹ ਥੋੜੇ ਪਲਾਂ ਦਾ ਮਹਿਮਾਨ ਹੈ। ਸਿਪਾਹੀਆਂ ਨੇ ਮਾਫੀ ਮੰਗੀ ਨਿਹੰਗ ਖਾਨ ਕੋਲ, ਕਿਉਂਕਿ ਸਤਿਕਾਰ ਸੀ ਉਹਦਾ। ਮਾਫੀ ਮੰਗੀ ਵੀ ਸਾਡੇ ਕੋਲੋਂ ਗਲਤੀ ਹੋ ਗਈ, ਵੀ ਅਸੀਂ ਉਹਨਾਂ ਦਰਵਾਜ਼ਾ ਨਹੀਂ ਖਿਲਾਇਆ, ਉਹ ਚਲੇ ਗਏ। ਸਵੇਰੇ ਤੜਕੇ 4-4:30 ਵਜੇ ਦੇ ਕਰੀਬ ਭਾਈ ਬਚਿੱਤਰ ਸਿੰਘ ਨਿਹੰਗ ਖਾਨ ਦੇ ਘਰ ਅਕਾਲ ਚਲਾਣਾ ਕਰ ਜਾਂਦੇ ਨੇ। ਘਰ ਦੇ ਵਿੱਚ ਖੂਹ ਸੀ ਇੱਕ ਭਾਈ ਨਿਹੰਗ ਖਾਨ ਦੇ। ਪਿੰਡ ਦੇ 2 ਬੰਦੇ 3 ਬੁਲਾ ਕੇ ਨਿਹੰਗ ਖਾਨ ਨੇ ਆਪਣੇ ਘਰ ਦੇ ਖੂਹ ਲਾ ਗਈ ਬਚਿੱਤਰ ਸਿੰਘ ਦਾ ਆਪਣੇ ਹੱਥੀਂ ਸੰਸਕਾਰ ਕੀਤਾ। ਮੁਸਲਮਾਨ ਦਫਨਾਉਂਦੇ ਨੇ, ਪਰ ਉਹਨੂੰ ਪਤਾ ਸੀ ਸਿੱਖਾਂ 'ਚ ਸੰਸਕਾਰ ਕੀਤਾ ਜਾਂਦਾ ਹੈ। ਸੰਸਕਾਰ ਕੀਤਾ, ਪਰ ਜਿੱਦਣ ਮੁਮਤਾਜ਼ ਦੀ ਮੰਗਣੀ ਹੋਈ ਸੀ, ਨਿਹੰਗ ਖਾਨ ਦੀ ਬੇਟੀ ਦੀ ਮੰਗਣੀ ਹੋਈ ਸੀ, ਅਜੇ ਨਿਕਾਹ ਹੋਣਾ ਸੀ, ਉਹਨੇ ਫਿਰ ਕਿਹਾ, ਧੀਏ ਤੇਰਾ ਹੁਣ ਮੈਂ ਨਿਕਾਹ ਕਰਨਾ। ਤੇ ਪਤਾ ਉਸ ਧੀ ਦਾ ਜਵਾਬ ਕੀ ਸੀ? ਕਹਿੰਦੀ, ਨਹੀਂ ਜੀ ਮੈਂ ਹੁਣ ਸੁਹਾਗਣ ਆ, ਮੈਂ ਭਾਈ ਬਚਿੱਤਰ ਸਿੰਘ ਦੀ ਪਤਨੀ ਆ। ਉਹ ਕਿਵੇਂ? ਕਿਉਂਕਿ ਮੇਰੇ ਬਾਪ ਨੇ ਜੋ ਕਹਿਤਾ, ਮੇਰੀ ਧੀ ਤੇ ਮੇਰਾ ਜਵਾਈ ਇਸ ਕਮਰੇ ਵਿੱਚ ਨੇ। ਸਾਰੀ ਜ਼ਿੰਦਗੀ ਉਸ ਧੀ ਨੇ ਵਿਆਹ ਨਹੀਂ ਕਰਾਇਆ। ਇੱਥੇ ਬਾਪ ਜ਼ੁਬਾਨ ਦੇ ਆਵੇ ਨਾ ਕਿਸੇ ਨਾਲ, ਬਾਪ ਜ਼ੁਬਾਨ ਦੇ ਆਵੇ ਭਰੇ ਪੰਚਾਇਤਾਂ 'ਚ, ਤੇ ਧੀਆਂ ਪੁੱਤ ਪਰਵਾਹ ਨਹੀਂ ਕਰਦੇ। ਇੱਕ ਸ਼ਬਦ ਮੂੰਹ ਚੋਂ ਨਿਕਲਿਆ, 130 ਸਾਲ ਦੀ ਉਮਰ ਭੋਗ ਕੇ ਮੁਮਤਾਜ਼ ਇਸ ਦੁਨੀਆ ਤੋਂ ਗਈ ਹੈ। ਕਿੰਨੇ ਦੀ ਜੀ? ਦੱਸਿਆ ਕਦੀ ਆਪਣੀਆਂ ਧੀਆਂ ਨੂੰ, ਆਪਣੇ ਪੁੱਤਾਂ ਨੂੰ ਵੀ ਅਸੀਂ ਐਸ ਮੁਸਲਮਾਨ ਭਰਾਵਾਂ ਨੇ ਆਹ ਕਿਰਦਾਰ ਨਿਭਾਇਆ ਸਾਡੀ ਸਮਾਜ ਵਿੱਚ? ਅੱਜ ਵੀ ਜਾਓ ਕੋਟਲਾ, ਨਿਹੰਗ ਖਾਨ ਦੇ ਨਾਂ ਤੇ ਗੁਰਦੁਆਰਾ ਬਣਿਆ ਉਸ ਪਿੰਡ ਵਿੱਚ। ਇਹ ਤੋਂ ਪਤਾ ਲੱਗਦਾ ਗੁਰੂ ਸਾਹਿਬ ਕਿਸੇ ਜਾਤ, ਕਿਸੇ ਫਿਰਕੇ, ਕਿਸੇ ਨਸਲ ਦੇ ਉਲਟ ਨਹੀਂ ਸੀ ਹੈਗੇ। ਪੀਰ ਬੁੱਧੂ ਸ਼ਾਹ ਕੌਣ ਸਨ? ਮੁਸਲਮਾਨ। ਆਪਣੇ ਮੋਬਾਈਲ ਫੋਨ ਦੀ ਰਿੰਗ ਬੰਦ ਕਰ ਲਓ ਜੀ, ਜਿੰਨਾ ਕੁ ਸਮਾਂ ਆਪਾਂ ਗੁਰੂ ਦੀ ਕੋ ਸਮਾਂ ਤੇ ਭੱਜਾ ਜਾ ਰਿਹਾ, ਬਿਰਤੀ ਟੁੱਟ ਜਾਂਦੀ। ਫਿਰ ਆਪੋ ਆਪਣੇ ਮੋਬਾਈਲਾਂ ਵੱਲ ਧਿਆਨ ਮਾਰ ਲਓ, ਗੱਲ ਵਿਚਾਰ ਕਰਦੇ ਭਾਈ ਪੀਰ ਬੁੱਧੂ ਸ਼ਾਹ ਭੰਗਾਣੀ ਦਾ ਪਹਿਲਾ ਯੋਧਾ ਹੈ। ਦੋਨੋਂ ਆਪਣੇ ਬੇਟੇ ਭਰਾ ਤੇ ਸਿਪਾਹੀ ਲੈ ਕੇ ਪੀਰ ਬੁੱਧੂ ਸ਼ਾਹ ਭੰਗਾਣੀ ਦੇ ਯੁੱਧ ਵਿੱਚ ਪਹੁੰਚ ਗਿਆ ਹੈ। ਕਿਰਦਾਰ ਵੇਖੋ ਤੁਸੀਂ, ਕਰੈਕਟਰ ਵੇਖੋ ਉਹਨਾਂ ਦਾ। ਅੱਜ ਕੀ ਪੇਸ਼ ਕੀਤਾ ਜਾ ਰਿਹਾ? ਜਿਵੇਂ ਗੁਰੂ ਸਾਹਿਬ ਸਿੱਖਾਂ ਨੂੰ ਕਿਸੇ ਇੱਕ ਫਿਰਕੇ ਦੀ ਰੱਖਿਆ ਲਈ ਬਣਾਇਆ ਹੁੰਦਾ। ਸਿੱਖ ਵੀ ਹਾਂ ਝਾਮ ਲਾਈ ਜਾਂਦਾ। ਆ ਕਿਸੇ ਟੀਵੀ ਵਾਲੇ ਇੱਕ ਸਕੂਲ ਵਾਲਿਆਂ ਨੇ ਅੱਜ ਸਾਹਿਬਜ਼ਾਦਿਆਂ ਦੇ ਸਿਰਾਂ ਤੇ ਟੋਪੀਆਂ ਪਵਾ ਕੇ, ਜਿਵੇਂ ਰਾਮਲੀਲਾ ਖੇਡੀ ਜਾਂਦੀ, ਇੱਦਾਂ ਉਹ ਸਾਹਿਬਜ਼ਾਦਿਆਂ ਦਾ ਸਰਹੰਦ ਵਾਲਾ ਪੂਰਾ ਸੀਨ ਵੀ ਬਣਾਤਾ ਹੈ। ਸਾਹਿਬਜ਼ਾਦਿਆਂ ਦੇ ਸਿਰਾਂ ਤੇ ਟੋਪੀਆਂ ਪਵਾ ਕੇ ਉੱਦਾਂ ਹੀ ਫਤਿਹ ਬੁਲਾਉਂਦੇ ਨੇ, ਉੱਦਾਂ ਹੀ ਸਿਰਾਂ ਤੇ ਟੋਪੀਆਂ ਪਾਈਆਂ। ਬੜਾ ਕੁਝ ਕਰਨਾ ਤੁਹਾਡੇ ਨਾਲ ਉਹਨਾਂ ਨੇ, ਜੇ ਆਪਾਂ ਜਾਗੇ। ਬੋਲੋ ਸਾਰੇ। ਸਾਧ ਸੰਗਤ ਜੀ, ਇੱਕ ਬੇਨਤੀ ਕਰਾਂ, ਅਸੀਂ ਸੁੰਨ ਹੋ ਚੁੱਕੇ ਹਾਂ। ਮੈਂ ਕਦੀ ਕਦੀ ਸੋਚਦਾ ਅੰਦਰੋਂ ਡੈਡ, ਜਿਵੇਂ ਬੰਦਾ ਡੈਡ ਨਹੀਂ ਹੋ ਚੁੱਕਾ ਹੁੰਦਾ, ਫਰਕ ਨਹੀਂ ਪੈ ਰਿਹਾ। ਤਾਂ ਹੀ ਉਹ ਤੇ ਸਾਡੇ ਤੇ ਲੀਡਰ ਰਾਜ ਕਰਦੇ ਫਿਰਦੇ ਨੇ। ਮਾਰ ਕੇ ਵੇਖੋ ਧਿਆਨ, ਹਰ 5 ਸਾਲ ਬਾਅਦ ਅਗਲਿਆਂ ਵਾਰੀ ਵੱਧਦੀ ਹੈ ਵੀ ਅਸੀਂ ਆਉਣਾ, ਇਹਨਾਂ ਨੂੰ ਲੁੱਟਣਾ। ਅਸੀਂ ਸਰੋਪੇ ਲੈ ਕੇ ਮਗਰ ਤੁਰੇ ਫਿਰਦੇ ਹਾਂ। ਕੋਈ ਆਹ ਪਾਰਟੀ ਨੂੰ ਛੱਡ ਕੇ ਉਧਰ ਆਉਂਦਾ, ਚੱਲ ਸਰੋਪਾ, ਆਹ ਪਾਰਟੀ ਨੂੰ ਛੱਡ ਕੇ ਆਉਂਦਾ, ਚੱਲ ਸਰੋਪਾ। ਵੀ ਤੂੰ ਕਿਹੜੀ ਜੰਗ ਜਿੱਤ ਕੇ ਆਇਆ ਬਈ? ਅੱਛਾ, ਜਿਨ੍ਹਾਂ ਦੀ ਪਾਰਟੀ ਚ ਆਉਂਦਾ ਉਹ ਸਰੋਪਾ ਪਾਉਂਦੇ, ਜਿਨ੍ਹਾਂ ਤੋਂ ਨਿਕਲ ਕੇ ਆ ਉਹ ਕੀ ਕਰਨ ਹੁਣ ਉਹਦਾ? ਉਹ ਬੋਲੋ ਭਾਈ। ਚਲੋ ਜਿਹੜੀ ਪਾਰਟੀ ਚ ਆਇਆ ਉਹਨਾਂ ਤੇ ਪਾਤਾ ਸਰੋਪਾ, ਤੇ ਜਿਨ੍ਹਾਂ ਨੂੰ ਛੱਡ ਕੇ ਗਿਆ ਉਹ ਬੋਲੋ, ਬੋਲ ਪੋ ਗੁਰੂ ਕੇ ਪਿਆਰਿਓ, ਉਹ ਕੀ ਕਰਨ ਹੁਣ ਉਹਦਾ? ਸਰੋਪਿਆਂ ਦੀ ਗੱਡੀ ਲੱਦੀ ਹੁੰਦੀ ਹੈ, ਚੱਲ ਠਾ ਸਰੋਪੇ ਪਾਈ ਜਾਂਦੇ ਆ, ਠਾ ਕੋਈ ਕਾਂਗਰਸ ਛੱਡ ਕੇ ਕਾਲੀਆਂ 'ਚ, ਕੋਈ ਕਾਲੀਆਂ ਛੱਡ ਕੇ ਝਾੜੂ ਵਾਲੇ 'ਚ, ਕੋਈ ਝਾੜੂ ਛੱਡ ਕੇ ਫੁੱਲ ਵਾਲਿਆਂ 'ਚ, ਕੋਈ ਫੁੱਲ ਛੱਡ ਕੇ। ਉਹ ਰੇਲ 'ਚ ਨਹੀਂ ਬਣੀ ਵੀ ਭੰਡਾ ਭੰਡਾਰੀ ਆ ਕਿੰਨਾ ਕੁ ਪਾਰ ਇੱਕ ਮੁੱਠੀ ਚੁੱਕ।